ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਟੂਰਿਸਟ ਵੀਜ਼ਾ ਵਾਲਿਆਂ ਦੀ ਕੈਨੇਡਾ ਦੇ ਵਿੱਚ ਐਂਟਰੀ, 에ਅਰਪੋਰਟ ਨੇ ਸਾਂਝੀ ਕੀਤੀ ਖਾਸ ਜਾਣਕਾਰੀ। ਪੰਜਾਬੀ ਨੌਜਵਾਨ ਦਾ ਕੈਨੇਡਾ ਦੇ ਵਿੱਚ ਕਤਲ, ਮ੍ਰਿਤਕ ਦੇ ਭੇਜੀ ਜਾਵੇਗੀ ਪੰਜਾਬ। ਪੰਜਾਬੀ ਮੂਲ ਦੀ ਉਮੀਦਵਾਰ ਦੇ ਪੋਸਟਰਾਂ ਦੇ ਨਾਲ ਛੇੜਛਾੜ, ਗੁਰਨੀਤ ਗਰੇਵਾਲ ਨੇ ਖੁਦ ਦਿੱਤੀ ਇਸ ਦੀ ਜਾਣਕਾਰੀ। ਸਰੀ ਦੇ ਮੇਅਰ ਤੇ ਹਮਲਾ, ਮੇਅਰ ਨੇ ਦਿੱਤੀ ਜਾਣਕਾਰੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਐਲਾਨ, ਕਾਰੋਬਾਰਾਂ ਨੂੰ ਸੁਰੱਖਿਆ ਦੇਣ ਦਾ ਐਲਾਨ। ਕੱਲ ਤੋਂ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਵਾਲੇ ਦਾਖਲ ਹੋ ਸਕਣਗੇ। ਜੀ ਹਾਂ, ਜਿਵੇਂ ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਉਸੇ ਦੇ ਮੁਤਾਬਕ ਬਾਕੀ ਦੇਸ਼ਾਂ ਤੋਂ ਆਉਣ ਵਾਲੇ तमाम ਟੂਰਿਸਟ ਵੀਜ਼ਾ ਵਾਲੇ ਯਾਤਰੀ ਕੱਲ ਕੈਨੇਡਾ ਦੇ ਵਿੱਚ ਦਾਖਲ ਹੋਣਗੇ। ਇਸ ਬਾਰੇ ਹੁਣ 에ਅਰਪੋਰਟ ਦੇ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਇਹਨਾਂ ਯਾਤਰੀਆਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਮਾਂ 에ਅਰਪੋਰਟ ਦੇ ਉੱਪਰ ਲੱਗ ਸਕਦਾ ਹੈ। ਨਾਲ ਹੀ ਦੱਸ ਦਈਏ ਕਿ ਭਾਰਤ ਤੋਂ ਕੈਨੇਡਾ ਵੱਲੋਂ ਸਿੱਧੀਆਂ ਉਡਾਨਾਂ ਦੇ ਉੱਪਰ 31 ਸਤੰਬਰ ਤੱਕ ਰੋਕ ਲਗਾਈ ਗਈ ਹੈ। ਇੱਥੋਂ ਆਉਣ ਵਾਲੇ ਵਿਜ਼ਿਟਰ ਵੀਜ਼ਾ ਹੋਲਡਰ ਜਿਹੜੇ ਨੇ ਉਹ ਤੀਸਰੇ ਦੇਸ਼ ਦੇ ਰਾਹੀਂ ਕੈਨੇਡਾ ਦਾਖਲ ਹੋ ਸਕਣਗੇ। ਕੱਲ ਤੋਂ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਵਾਲਿਆਂ ਨੂੰ ਐਂਟਰੀ ਦੀ ਇਜਾਜ਼ਤ ਮਿਲ ਰਹੀ ਹੈ। ਇਸ ਦਾ ਮਤਲਬ ਹੈ ਕਿ ਕੱਲ ਤੋਂ ਟੂਰਿਸਟ ਵੀਜ਼ਾ ਵਾਲੇ ਕੈਨੇਡਾ ਦੇ ਵਿੱਚ ਦਾਖਲ ਹੋ ਸਕਣਗੇ ਅਤੇ ਉਹਨਾਂ ਨੂੰ 14 ਦਿਨਾਂ ਦੇ ਕੁਆਰੰਟੀਨ ਤੋਂ ਵੀ ਰਾਹਤ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਹੁਣ ਟੋਰਾਂਟੋ ਪੀਅਰਸਨ 에ਅਰਪੋਰਟ ਦੇ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਯਾਤਰੀਆਂ ਨੂੰ ਤਿਆਰ ਰਹਿਣ ਦੇ ਵਾਸਤੇ ਕਿਹਾ ਹੈ, ਕਿਉਂਕਿ 에ਅਰਪੋਰਟ ਦੇ ਦੱਸਣ ਦੇ ਮੁਤਾਬਕ ਇਹਨਾਂ ਯਾਤਰੀਆਂ ਨੂੰ ਪਹਿਲੇ ਦਿਨ ਜ਼ਿਆਦਾ ਸਮਾਂ ਲੱਗ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਯਾਤਰੀ ਇਸ ਵਾਸਤੇ ਤਿਆਰ ਰਹਿਣ ਕਿ ਉਹਨਾਂ ਨੂੰ ਸਕਰੀਨਿੰਗ ਦੇ ਵਿੱਚ 3 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ 7 ਸਤੰਬਰ ਤੋਂ ਫੁੱਲੀ ਵੈਕਸੀਨੇਟਡ ਯਾਤਰੀ ਕੈਨੇਡਾ ਦੇ ਵਿੱਚ ਦਾਖਲ ਹੋ ਸਕਣਗੇ ਅਤੇ ਇਹਨਾਂ ਨੂੰ ਕੁਆਰੰਟੀਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਪਰ ਕੁਆਰੰਟੀਨ ਤੋਂ ਰਾਹਤ ਹਾਸਲ ਕਰਨ ਦੇ ਲਈ ਇਹਨਾਂ ਯਾਤਰੀਆਂ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਇਹ ਸ਼ਰਤਾਂ ਹਨ ਕਿ ਕੈਨੇਡਾ ਆਉਣ ਵਾਲੇ ਯਾਤਰੀ ਪੂਰੀ ਤਰ੍ਹਾਂ ਵੈਕਸੀਨੇਟਡ ਹੋਣੇ ਚਾਹੀਦੇ ਨੇ, ਜਿਸ ਦਾ ਮਤਲਬ ਹੈ ਕਿ ਇਹਨਾਂ ਯਾਤਰੀਆਂ ਦੇ ਮੋਡਰਨਾ, ਫਾਈਜ਼ਰ, ਜੌਨਸਨ, ਐਸਟ੍ਰਾਜੈਨੇਕਾ, ਜਿਸ ਨੂੰ ਕੋਵਿਸ਼ੀਲਡ ਵੀ ਕਿਹਾ ਜਾਂਦਾ ਹੈ, ਉਹ ਟੀਕਾ ਲੱਗਿਆ ਹੋਣਾ ਜ਼ਰੂਰੀ ਹੈ। ਇਸ ਟੀਕੇ ਦੀ ਦੂਸਰੀ ਡੋਜ਼ ਇਹਨਾਂ ਯਾਤਰੀਆਂ ਦੇ ਟਰੈਵਲ ਤੋਂ 14 ਦਿਨ ਪਹਿਲਾਂ ਲੱਗੀ ਹੋਣੀ ਲਾਜ਼ਮੀ ਹੈ। ਕੈਨੇਡਾ ਪਹੁੰਚਣ ਤੋਂ 72 ਘੰਟਿਆਂ ਦੇ ਅੰਦਰ ਇਹਨਾਂ ਯਾਤਰੀਆਂ ਨੂੰ ਅਰਾਈਵ ਕੈਨ ਐਪ ਤੇ ਆਪਣਾ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਡਾਕੂਮੈਂਟ ਅਪਲੋਡ ਕਰਨਾ ਹੋਵੇਗਾ। ਹਵਾਈ ਯਾਤਰੀਆਂ ਦੇ ਲਈ ਕੈਨੇਡਾ ਆਉਣ ਵਾਲੀ ਫਾਈਨਲ ਉਡਾਨ ਤੋਂ 72 ਘੰਟੇ ਪਹਿਲਾਂ ਕੋਵਿਡ ਟੈਸਟ ਕਰਾਉਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਬੱਚਿਆਂ ਦੇ ਨਾਲ ਜੁੜੀ ਹੋਈ ਇਹ ਜਾਣਕਾਰੀ ਹੈ ਕਿ ਬਿਨਾਂ ਵੈਕਸੀਨ ਵਾਲੇ ਬੱਚੇ ਆਪਣੇ ਪੂਰੀ ਤਰ੍ਹਾਂ ਨਾਲ ਵੈਕਸੀਨੇਟਡ ਹੋ ਚੁੱਕੇ ਮਾਂ-ਬਾਪ ਦੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੋ ਸਕਣਗੇ, ਪਰ 12 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ ਕੁਆਰੰਟੀਨ ਕਰਨਾ ਹੋਵੇਗਾ ਜੇਕਰ ਇਹਨਾਂ ਬੱਚਿਆਂ ਦੇ ਵੈਕਸੀਨ ਨਹੀਂ ਲੱਗੀ ਹੋਵੇਗੀ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ 21 ਸਤੰਬਰ ਤੱਕ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ, ਜਿਸ ਦਾ ਮਤਲਬ ਹੈ ਕਿ ਜਿਹੜੇ ਟੂਰਿਸਟ ਵੀਜ਼ਾ ਵਾਲਿਆਂ ਨੇ ਕੈਨੇਡਾ ਆਉਣਾ ਹੈ ਉਹਨਾਂ ਨੂੰ ਤੀਸਰੇ ਦੇਸ਼ ਦੇ ਰਾਹੀਂ ਕੈਨੇਡਾ ਐਂਟਰੀ ਲੈਣੀ ਹੋਵੇਗੀ। ਕੈਨੇਡਾ ਦੇ ਨੋਵਾ ਸਕੋਸ਼ੀਆ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ। ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਉਸ ਦਾ ਨਾਮ ਪ੍ਰਭਜੋਤ ਸਿੰਘ ਹੈ ਅਤੇ ਹੁਣ ਉਸ ਦੇ ਵਾਸਤੇ GoFundMe ਚਲਾਇਆ ਜਾ ਰਿਹਾ ਹੈ ਤਾਂ ਕਿ ਉਸ ਦੀ ਦੇਹ ਨੂੰ, ਜਾਣੀ ਕਿ ਮ੍ਰਿਤਕ ਦੇਹ ਨੂੰ ਪੰਜਾਬ ਉਸ ਦੇ ਪਰਿਵਾਰ ਦੇ ਕੋਲ ਭੇਜਿਆ ਜਾ ਸਕੇ। ਕੈਨੇਡਾ ਤੋਂ ਪੰਜਾਬੀ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਕੈਨੇਡਾ ਦੇ ਨੋਵਾ ਸਕੋਸ਼ੀਆ ਦੇ ਨਾਲ ਜੁੜੀ ਹੋਈ ਹੈ, ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਉਸ ਦਾ ਨਾਮ ਵੀ ਜਨਤਕ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦਾ ਨਾਮ ਪ੍ਰਭਜੋਤ ਸਿੰਘ ਦੱਸਿਆ ਗਿਆ ਅਤੇ ਉਹ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਦੇ ਉੱਪਰ ਕੈਨੇਡਾ ਗਿਆ ਸੀ। ਜਾਣਕਾਰੀ ਦੇ ਮੁਤਾਬਕ ਕੁਝ ਵਿਅਕਤੀਆਂ ਦੇ ਗਰੁੱਪ ਵੱਲੋਂ ਪ੍ਰਭਜੋਤ ਸਿੰਘ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਉਸ ਦੇ ਗਲੇ ਦੇ ਉੱਪਰ ਚਾਕੂ ਦੇ ਨਾਲ ਵਾਰ ਕੀਤਾ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਇਹ ਝਗੜਾ ਕਾਰ ਦੀ ਪਾਰਕਿੰਗ ਦੇ ਕਾਰਨ ਹੋਇਆ। ਦੱਸਿਏ ਕਿ ਇਸ ਨੌਜਵਾਨ ਦੇ ਵਾਸਤੇ ਹੁਣ GoFundMe ਚਲਾਇਆ ਜਾ ਰਿਹਾ ਹੈ ਤਾਂ ਕਿ ਉਸ ਦੀ ਬਾਡੀ ਨੂੰ ਇੰਡੀਆ ਭੇਜਿਆ ਜਾਵੇ। ਜੀ ਹਾਂ, ਪ੍ਰਭਜੋਤ ਦੇ ਮਾਂ-ਬਾਪ ਉਸ ਨੂੰ ਆਖਰੀ ਵਾਰ ਦੇਖ ਸਕਣ, ਇਸ ਦੇ ਕਰਕੇ GoFundMe ਚਲਾਇਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ $51,349 ਇਸ GoFundMe ਤਹਿਤ ਇਕੱਠੇ ਹੋ ਚੁੱਕੇ ਨੇ, ਜਦਕਿ $55,000 ਇਕੱਠੇ ਕਰਨ ਦਾ ਟੀਚਾ ਰੱਖਿਆ ਗਿਆ ਹੈ। ਕੈਨੇਡਾ ਤੋਂ ਇੱਕ ਅਜਿਹਾ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਮੂਲ ਦੀ ਉਮੀਦਵਾਰ ਦੇ ਪੋਸਟਰਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਜਿਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ। ਜਿਸ ਉਮੀਦਵਾਰ ਦੇ ਨਾਲ ਅਜਿਹਾ ਹੋਇਆ ਹੈ ਉਹ ਮਿਸ਼ਨ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੁਰਨੀਤ ਜਾਣੀ ਕਿ ਗੀਤ ਗਰੇਵਾਲ ਹੈ।
ਦੱਸ ਦਈਏ ਕਿ ਗੀਤ ਗਰੇਵਾਲ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਖੁਦ ਇਸ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਬਾਅਦ ਦੇ ਵਿੱਚ ਉਹਨਾਂ ਵੱਲੋਂ ਜਿਹੜੇ ਪੋਸਟਰਾਂ ਦੇ ਨਾਲ ਛੇੜਛਾੜ ਹੋਈ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ। ਕੈਨੇਡਾ ਤੋਂ ਇੱਕ ਵਾਰ ਫਿਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਮੂਲ ਦੀ ਉਮੀਦਵਾਰ ਦੇ ਪੋਸਟਰਾਂ ਦੇ ਨਾਲ ਛੇੜਛਾੜ ਕੀਤੀ ਗਈ ਹੋਵੇ। ਜੀ ਹਾਂ, ਮਿਸ਼ਨ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੁਨੀਤ ਗਰੇਵਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸੇ ਵੱਲੋਂ ਉਹਨਾਂ ਦੇ ਪੋਸਟਰਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ। ਇਸ ਦੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਹੈ। ਇਸ ਬਾਰੇ ਗੁਨੀਤ ਗਰੇਵਾਲ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਤੋਂ ਬਾਅਦ ਕਾਫੀ ਡਿਸਅਪਾਇੰਟਡ ਹੈ। ਇਸ ਦੇ ਨਾਲ ਹੀ ਗੁਨੀਤ ਗਰੇਵਾਲ ਵੱਲੋਂ ਇੱਕ ਹੋਰ ਤਸਵੀਰ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਜਿਹੜੇ ਸਾਈਨ ਬੋਰਡਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਉਹਨਾਂ ਦੀ ਟੀਮ ਵੱਲੋਂ ਉਹਨਾਂ ਨੂੰ ਬਦਲ ਦਿੱਤਾ ਗਿਆ ਹੈ। ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਲਿਖਿਆ ਕਿ ਸਾਡੇ ਵੱਲੋਂ ਖਰਾਬ ਕੀਤੇ ਗਏ ਸਾਈਨ ਹੁਣ ਰਿਪਲੇਸ ਕਰ ਦਿੱਤੇ ਗਏ ਨੇ। ਇਸ ਦੇ ਵਾਸਤੇ ਉਹਨਾਂ ਵੱਲੋਂ ਆਪਣੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਬਾਅਦ ਗੀਤ ਗਰੇਵਾਲ ਨੇ ਕਿਹਾ ਕਿ ਉਹ ਹਿੰਮਤ ਨਹੀਂ ਹਾਰੇਗੀ। ਜ਼ਿਕਰਯੋਗ ਹੈ ਕਿ ਗੁਨੀਤ ਗਰੇਵਾਲ ਮਿਸ਼ਨ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਹੈ। ਇਸ ਦੇ ਨਾਲ ਹੀ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਗੁਨੀਤ ਗਰੇਵਾਲ ਬੈਟਰ ਹਾਫ ਵੀ ਹੈ। ਉਸ ਵੇਲੇ ਗੁਨੀਤ ਗਰੇਵਾਲ ਸੰਬੰਧੀ ਕਾਫੀ ਜ਼ਿਆਦਾ ਚਰਚਾ ਛਿੜੀ ਸੀ, ਜਿਸ ਵੇਲੇ ਪਰਮੀਸ਼ ਵਰਮਾ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀ ਤਸਵੀਰ ਸਾਂਝੀ ਕਰਦਿਆਂ ਇਹ ਦੱਸਿਆ ਗਿਆ ਕਿ ਉਹਨਾਂ ਦੀ ਬੈਟਰ ਹਾਫ ਕੌਣ ਹੈ। ਮਾਮਲਾ ਸਰੀ ਤੋਂ ਸਾਹਮਣੇ ਆਇਆ, ਜਿੱਥੇ ਸਰੀ ਦੇ ਮੇਅਰ ਦੇ ਉੱਪਰ ਹਮਲਾ ਹੋਇਆ ਹੈ। ਜੀ ਹਾਂ, ਸਰੀ ਦੇ ਮੇਅਰ ਵੱਲੋਂ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਹਿਲਾਂ ਕੁਝ ਲੋਕਾਂ ਵੱਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਅਤੇ ਬਾਅਦ ਦੇ ਵਿੱਚ ਜੋ ਉਹਨਾਂ ਦੇ ਉੱਪਰ ਹਮਲਾ ਹੋਇਆ, ਇਸ ਦੇ ਬਾਰੇ ਜਾਣਕਾਰੀ ਮੇਅਰ ਵੱਲੋਂ ਦਿੱਤੀ ਗਈ ਹੈ। ਸਰੀ ਦੇ ਮੇਅਰ ਡਗ ਮੈਕਲਮ ਦੇ ਉੱਪਰ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ। ਸਰੀ ਦੇ ਮੇਅਰ ਵੱਲੋਂ ਖੁਦ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਦੋਂ ਉਹ ਗਰੋਸਰੀ ਦੀ ਸ਼ਾਪਿੰਗ ਕਰਨ ਦੇ ਵਾਸਤੇ ਗਏ ਹੋਏ ਸਨ ਤਾਂ ਕੁਝ ਲੋਕਾਂ ਵੱਲੋਂ ਉਹਨਾਂ ਦੇ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਉਹਨਾਂ ਉੱਪਰ ਗੱਡੀ ਵੀ ਚੜਾ ਦਿੱਤੀ ਗਈ, ਜਿਸ ਕਾਰਨ ਸਰੀ ਦੇ ਮੇਅਰ ਜ਼ਖਮੀ ਹੋਏ ਹਨ। ਦੱਸਿਏ ਕਿ ਮੇਅਰ ਵੱਲੋਂ ਇਸ ਤੋਂ ਵੱਧ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ, ਪਰ ਇਸ ਦੇ ਨਾਲ ਹੀ ਸਰੀ ਆਰਸੀਐਮਪੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਸਾਊਥ ਪੁਆਇੰਟ ਦੇ ਨੇੜੇ ਬੁਲਾਇਆ ਗਿਆ ਸੀ, ਜਿੱਥੇ ਉਹਨਾਂ ਨੂੰ ਦੋ ਪਾਰਟੀਆਂ ਦੇ ਵਿੱਚ ਝਗੜੇ ਸੰਬੰਧੀ ਰਿਪੋਰਟ ਹਾਸਲ ਹੋਈ ਸੀ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਦੇ ਉੱਪਰ ਗੱਡੀ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਦੱਸਣਯੋਗ ਹੈ ਕਿ ਇਹ ਹਾਦਸਾ ਉੱਥੇ ਵਾਪਰਿਆ ਜਿੱਥੇ ਪ੍ਰੋ ਆਰਸੀਐਮਪੀ ਕੈਂਪੇਨਰਸ ਦੇ ਵੱਲੋਂ ਆਪਣਾ ਟੇਬਲ ਲਗਾਇਆ ਗਿਆ ਸੀ। ਸਰੀ ਦੇ ਵਿੱਚ ਇਸ ਸਮੇਂ ਆਰਸੀਐਮਪੀ ਤੋਂ ਮਿਊਨਿਸਪਲ ਫੋਰਸ ਦੇ ਵਿੱਚ ਟ੍ਰਾਂਜੀਸ਼ਨਿੰਗ ਦਾ ਪ੍ਰੋਸੈਸ ਚੱਲ ਰਿਹਾ ਹੈ, ਜਿਸ ਦੇ ਕਾਰਨ ਦੋਹਾਂ ਪਾਸਿਆਂ ਦੇ ਸਪੋਰਟਰ ਨਜ਼ਰ ਆ ਰਹੇ ਨੇ। ਸਕਾਟ ਨੇ ਦੱਸਿਆ ਹੈ ਕਿ ਉਹ ਸਿਗਨੇਚਰ ਲੈਂਡ ਦੇ ਵਾਸਤੇ ਨਿਕਲੇ ਹੋਏ ਸਨ ਤੇ ਇਸ ਦੌਰਾਨ ਸਰੀ ਦੇ ਮੇਅਰ ਸਾਨੂੰ ਦੇਖਣ ਦੇ ਵਾਸਤੇ ਆਏ। ਉਹਨਾਂ ਕਿਹਾ ਕਿ ਜਦੋਂ ਅਸੀਂ ਉੱਥੇ ਬੈਠੇ ਹੋਏ ਸਨ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਇੱਥੇ ਅਲਾਉਡ ਨਹੀਂ ਹੋ। ਸਕਾਟ ਦੇ ਦੱਸਣ ਦੇ ਮੁਤਾਬਕ ਮੇਅਰ ਦੇ ਵੱਲੋਂ ਗਰੁੱਪ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਇੱਥੇ ਪਬਲਿਕ ਪ੍ਰਾਪਰਟੀ ਦੇ ਵਿੱਚ ਅਲਾਉਡ ਨਹੀਂ ਹਨ। ਇਸ ਤੋਂ ਬਾਅਦ ਜਦੋਂ ਮੇਅਰ ਵੱਲੋਂ ਫੂਡ ਸਟੋਰ ਦੇ ਮੈਨੇਜਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹੀ ਗਰੁੱਪ ਨੂੰ ਆਪਣੇ ਸਟੋਰ ਦੇ ਬਾਹਰ ਪਰਮਿਸ਼ਨ ਦਿੱਤੀ ਹੈ। ਇਸ ਸਾਰੀ ਘਟਨਾ ਤੋਂ ਬਾਅਦ ਸਰੀ ਸਿਟੀ ਕੌਂਸਲਰ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਾਰਿਆਂ ਨੂੰ ਇੱਕ ਦੂਸਰੇ ਦੇ ਪ੍ਰਤੀ ਰਿਸਪੈਕਟਫੁਲ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਚੋਣ ਪ੍ਰਚਾਰ ਦੌਰਾਨ ਦੇਸ਼ ਵਾਸੀਆਂ ਦੇ ਨਾਲ ਇੱਕ ਹੋਰ ਵਾਅਦਾ ਕੀਤਾ ਗਿਆ। ਇਹ ਵਾਅਦਾ ਕਾਰੋਬਾਰਾਂ ਦੇ ਨਾਲ ਜੁੜਿਆ ਹੋਇਆ ਹੈ। ਕਾਰੋਬਾਰਾਂ ਦੇ ਵੱਲੋਂ, ਯਾਨੀ ਕਿ ਜਿਹੜੇ ਕਾਰੋਬਾਰਾਂ ਦੇ ਵੱਲੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਪ੍ਰੂਫ ਮੰਗਿਆ ਜਾਏਗਾ, ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਗੱਲ ਕਹੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਓਨਟਾਰੀਓ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ। ਇਹ ਐਲਾਨ ਬਿਜ਼ਨਸ ਦੇ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਦੀ ਕੈਨੇਡਾ ਦੇ ਵਿੱਚ ਦੁਬਾਰਾ ਸਰਕਾਰ ਬਣਦੀ ਹੈ ਤਾਂ ਉਹ ਵਾਅਦਾ ਕਰਦੇ ਹਨ ਕਿ ਉਹਨਾਂ ਦੀ ਸਰਕਾਰ ਵੱਲੋਂ ਬਿਜ਼ਨੈਸਿਸ ਨੂੰ ਪ੍ਰੂਫ ਆਫ ਵੈਕਸੀਨੇਸ਼ਨ ਮੰਗਣ ਸੰਬੰਧੀ ਲੀਗਲ ਪ੍ਰੋਟੈਕਸ਼ਨ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਰੋਬਾਰਾਂ ਨੂੰ ਸਪੋਰਟ ਦੇਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ। ਇਸ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜੇਕਰ ਉਹ ਮੁੜ ਸੱਤਾ ਦੇ ਵਿੱਚ ਆਉਂਦੇ ਹਨ ਤਾਂ ਉਹ ਇਹ ਵਾਅਦਾ ਕਰਦੇ ਹਨ ਕਿ ਸੰਸਥਾਵਾਂ ਪ੍ਰੂਫ ਆਫ ਵੈਕਸੀਨੇਸ਼ਨ ਬਿਨਾਂ ਕਿਸੇ ਲੀਗਲ ਚੈਲੰਜ ਦੇ ਖਤਰੇ ਤੋਂ ਮੰਗ ਸਕਦੀਆਂ ਹਨ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਬਿਜ਼ਨਸ ਗਰੁੱਪ ਦੇ ਵੱਲੋਂ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਸਨ, ਜਿੱਥੇ ਉਹਨਾਂ ਵੱਲੋਂ ਆਪਣਾ ਕੰਸਰਨ ਦੱਸਿਆ ਗਿਆ ਸੀ ਅਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਦਾ ਟੀਚਾ ਹੈ ਕਿ ਲਾਕਡਾਊਨ ਤੋਂ ਬਚਾਅ ਰੱਖਿਆ ਜਾਵੇ ਅਤੇ ਹਰ ਮੌਕੇ ਕਾਰੋਬਾਰਾਂ ਨੂੰ ਖੋਲ੍ਹ ਕੇ ਰੱਖਿਆ ਜਾ ਸਕੇ। What we've seen, unfortunately, and more in the United States than in Canada, but there have been examples in Canada of either businesses or individuals who are choosing to display anger and contempt and
look for measures to punish or to go after in the courts businesses to put forward vaccine certificates or mask mandates as they need to. We've simply said that we will be there to have those businesses' backs as they do the right thing. There are a number of different ways that the Justice Department is looking at ensuring that they do not have to fear being sued for demanding that people be vaccinated. But we will make sure that we're helping them know that they're doing the right thing and know that we'll have their backs as they do it. My message to those Canadians is one I give every single day. It's time to get vaccinated. I can understand that people were saying in the beginning, oh, you know what, let's make sure that seniors get it, the most vulnerable get it. Let's make sure that it goes to those high priority populations first, as we did. We sent doses to the north. We sent doses to Indigenous communities. When there was a scarcity around vaccines, there were a lot of people saying, you know what, I'm going to wait. And that was fine. But we now have enough vaccines in this country for everyone who's eligible to get vaccinated. And the reality is that as we recover, as people get back to normal, normal will arrive first and quickest for people who chose to get vaccinated, to protect themselves, to protect their loved ones, to keep out of the ICUs that we are seeing filling up right now. So the incentives and framework we're putting forward of saying that you're not going to be able to get on a train or a plane if you're not fully vaccinated. In many provinces, you won't be able to go to dinner in a restaurant or go to the gym or go to the movies or go to a sporting event unless you're fully vaccinated. So people who haven't yet chosen to get vaccinated but are considering it need to see that our country is deciding that we will move forward for everyone who is vaccinated and try and convince through all sorts of information campaigns and direct appeals, but also with a federal framework that does everything it can to get as many people vaccinated as possible, because that's the way through this pandemic. ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਵੱਲੋਂ ਅੱਜ ਚੋਣ ਪ੍ਰਚਾਰ ਦੌਰਾਨ ਇੱਕ ਹੋਰ ਵੱਡਾ ਵਾਅਦਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਅੰਦਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਵੱਲੋਂ ਵਰਕਰਸ ਨੂੰ ਫਾਇਦਾ ਪਹੁੰਚਾਇਆ ਜਾਵੇਗਾ। ਜਿਹੜੇ ਇਹਨਾਂ ਵਰਕਰਸ ਨੂੰ ਫਾਇਦੇ ਜਾਨ ਕਿ ਬੈਨੀਫਿਟ ਮਿਲ ਰਹੇ ਨੇ ਉਸ ਦੇ ਵਿੱਚ ਵਾਅਦਾ ਐਰੀਨੋ ਟੂਲ ਕਰਨਗੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰੀਨੋ ਟੂਲ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਇਹ ਐਲਾਨ ਉਹਨਾਂ ਵੱਲੋਂ ਘੱਟ ਇਨਕਮ ਵਾਲੇ ਵਰਕਰਸ ਦੇ ਲਈ ਕੀਤਾ ਗਿਆ। ਓਟੂਲ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਦੇ ਵਿੱਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਵੱਲੋਂ ਲੋ ਇਨਕਮ ਵਰਕਰਸ ਦੇ ਵਾਸਤੇ ਬੈਨੀਫਿਟਸ ਨੂੰ ਵਧਾਇਆ ਜਾਵੇਗਾ। ਕੰਜ਼ਰਵੇਟਿਵ ਲੀਡਰ ਦੇ ਐਲਾਨ ਦੇ ਮੁਤਾਬਕ ਉਹਨਾਂ ਵੱਲੋਂ ਕੈਨੇਡਾ ਦੇ ਵਰਕਰਸ ਦੇ ਵਾਸਤੇ $2,800 ਦੇ ਬੈਨੀਫਿਟ ਦਾ ਵਾਅਦਾ ਕੀਤਾ ਜਾਵੇਗਾ ਅਤੇ ਪਰਿਵਾਰਾਂ ਦੇ ਵਾਸਤੇ ਉਹਨਾਂ ਵੱਲੋਂ $5,000 ਦੇ ਵਾਅਦੇ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਉਹਨਾਂ ਦੀ ਸਰਕਾਰ ਕੈਨੇਡਾ ਦੇ ਵਿੱਚ ਬਣਦੀ ਹੈ ਤਾਂ ਉਹਨਾਂ ਵੱਲੋਂ ਡਿਸੇਬਿਲਿਟੀ ਸਪਲੀਮੈਂਟ ਦੇ ਵਿੱਚ ਵੀ ਵਾਅਦਾ ਕੀਤਾ ਜਾਵੇਗਾ, ਜੋ ਕਿ ਉਹਨਾਂ ਵੱਲੋਂ $713 ਤੋਂ ਵਧਾ ਕੇ $1,500 ਕੀਤਾ ਜਾਵੇਗਾ। On this Labor Day, I'm happy to be here to talk about standing up for workers. Canadian workers and their families are struggling. The cost of everything is going up. Gas for your car or truck is going up. Groceries for the family going up. Back to school clothes for the kids going up. No one should be left behind as we chart a path to recovery. We need to ensure that help is there for those people who are just trying to make ends meet. That includes working Canadians, lower income workers, minimum wage earners, and their families. We need to make sure work pays. We need to leave more hard-earned dollars in people's pockets. And we need to ensure government helps those who need it the most. Canada's recovery plan will put working Canadians at the front of our recovery. A Conservative government will double the Canada Workers' Benefit. That will put up to $2,800 in the pockets of the most vulnerable workers. Not only will we double the benefit, we will pay it
4 times a year as a direct deposit. So workers and their families can count on that support throughout the year and not just at tax time. Making these changes will help 3.5 million families pay the bills and put food on the table. For someone earning between $12,000 and $28,000 a year, this will represent a $1 per hour raise. ਕੈਨੇਡਾ ਦੇ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਕਈ ਪੋਲ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਦੀ ਸਥਿਤੀ ਦੱਸੀ ਜਾ ਰਹੀ ਹੈ। ਇੱਕ ਅਜਿਹਾ ਹੀ ਪੋਲ ਸਾਹਮਣੇ ਆਇਆ ਜਿਸ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਅੱਗੇ ਨਜ਼ਰ ਆ ਰਹੀ ਹੈ ਅਤੇ ਬਾਕੀ ਪਾਰਟੀਆਂ ਨੂੰ ਕਿੰਨੀ ਸਪੋਰਟ ਮਿਲ ਰਹੀ ਹੈ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਹੇ ਨੇ ਉਸੇ ਤਰ੍ਹਾਂ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਨੇ। ਇਪਸੋਸ ਦੇ ਵੱਲੋਂ ਗਲੋਬਲ ਨਿਊਜ਼ ਦੇ ਵਾਸਤੇ ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਸਿਆਸੀ ਪਾਰਟੀਆਂ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਿਸ ਦਾ ਮਤਲਬ ਹੈ ਇਸ ਵਿੱਚ ਇਹ ਪਤਾ ਚੱਲਿਆ ਹੈ ਕਿ ਇਹਨਾਂ ਪਾਰਟੀਆਂ ਨੂੰ ਮੌਜੂਦਾ ਸਮੇਂ ਕਿੰਨੀ ਸਪੋਰਟ ਮਿਲ ਰਹੀ ਹੈ। ਇਸ ਪੋਲ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 3 ਹਫ਼ਤੇ ਪਹਿਲਾਂ ਦੇ ਮੁਕਾਬਲੇ ਮੌਜੂਦਾ ਸਮੇਂ ਕੰਜ਼ਰਵੇਟਿਵ ਪਾਰਟੀ ਨੂੰ 5% ਵੱਧ ਸਪੋਰਟ ਮਿਲ ਰਹੀ ਹੈ ਜੋ ਕਿ ਬਾਕੀ ਸਾਰੀਆਂ ਪਾਰਟੀਆਂ ਦੇ ਨਾਲੋਂ ਵੱਧ ਹੈ। ਇਸ ਪੋਲ ਦੇ ਵਿੱਚ ਇਹ ਪਤਾ ਚੱਲਿਆ ਕਿ 34% ਵੋਟਰਸ ਮੰਨਦੇ ਹਨ ਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਕੈਂਪੇਨ ਦੌਰਾਨ ਸਭ ਤੋਂ ਵੱਧ ਮੋਮੈਂਟਮ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ ਇਪਸੋਸ ਦੇ ਵੱਲੋਂ ਇਹ ਜੋ ਸਰਵੇ ਕਰਵਾਇਆ ਗਿਆ ਇਸ ਦੇ ਵਿੱਚ 1500 ਕੈਨੇਡੀਅਨਸ ਨੂੰ ਸ਼ਾਮਲ ਕੀਤਾ ਗਿਆ। ਇਸ ਪੋਲ ਦੇ ਵਿੱਚ ਸਿਰਫ 17% ਰਿਸਪੋਂਡੈਂਟਸ ਹੀ ਅਜਿਹੇ ਸਨ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਲਿਬਰਲ ਪਾਰਟੀ ਦੇ ਵਿੱਚ ਸਭ ਤੋਂ ਵੱਧ ਮੋਮੈਂਟਮ ਹੈ ਜੋ ਕਿ ਪਹਿਲਾਂ ਦੇ ਮੁਕਾਬਲੇ 5 ਪੁਆਇੰਟਸ ਹੇਠਾਂ ਆਈ ਹੈ। ਇਸੇ ਦੇ ਨਾਲ ਹੀ 38% ਵੋਟਰਸ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਲਿਬਰਲਸ ਨੂੰ ਹੁਣ ਵੋਟ ਨਹੀਂ ਪਾਈ ਜਾਵੇਗੀ। ਇਸੇ ਦੇ ਨਾਲ ਹੀ 37% ਵੋਟਰਸ ਦਾ ਇਹ ਵੀ ਕਹਿਣਾ ਹੈ ਕਿ ਐਨਡੀਪੀ ਦੇ ਵਿੱਚ ਹੀ ਕੈਂਪੇਨ ਦੌਰਾਨ ਸਭ ਤੋਂ ਵੱਧ ਮੋਮੈਂਟਮ ਸੀ। 24% ਕਹਿੰਦੇ ਹਨ ਕਿ ਉਹਨਾਂ ਵੱਲੋਂ ਐਨਡੀਪੀ ਪਾਰਟੀ ਨੂੰ ਵੋਟ ਪਾਈ ਜਾਵੇਗੀ। ਜ਼ਿਕਰਯੋਗ ਹੈ ਕਿ 20 ਸਤੰਬਰ ਨੂੰ ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਲੀਡਰਸ ਦੇਸ਼ ਵਾਸੀਆਂ ਦੇ ਨਾਲ ਕਈ ਵਾਅਦੇ ਕਰਦੇ ਹੋਏ ਨਜ਼ਰ ਆ ਰਹੇ ਨੇ। ਜੋ ਪੋਲ ਇਹਨਾਂ ਇਲੈਕਸ਼ਨਸ ਤੋਂ ਸਾਹਮਣੇ ਆ ਰਹੇ ਨੇ ਉਸ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਵੱਖ-ਵੱਖ ਪਾਰਟੀਆਂ ਦੀ ਸਥਿਤੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋਈ ਹੈ। ਇਸ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਉਸ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਨੌਜਵਾਨ ਦੀ ਫਿਊਨਰਲ ਦੇ ਵਾਸਤੇ GoFundMe ਚਲਾਇਆ ਜਾ ਰਿਹਾ ਹੈ। ਕੈਨੇਡਾ ਤੋਂ ਪੰਜਾਬੀ ਭਾਈਚਾਰੇ ਦੇ ਲਈ ਦੁੱਖ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਇਹ ਘਟਨਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਤੋਂ ਸਾਹਮਣੇ ਆਈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ। ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦਾ ਨਾਮ ਧਰਮਪ੍ਰੀਤ ਸਿੰਘ ਦੱਸਿਆ ਗਿਆ ਅਤੇ ਉਸ ਦੀ ਉਮਰ 21 ਸਾਲ ਦੇ ਕਰੀਬ ਦੱਸੀ ਗਈ ਹੈ। ਜਾਣਕਾਰੀ ਦੇ ਮੁਤਾਬਕ ਇਹ ਨੌਜਵਾਨ 2017 ਦੇ ਵਿੱਚ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਦੇ ਉੱਪਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਧਰਮਪ੍ਰੀਤ ਆਪਣੇ ਮਾਂ-ਬਾਪ ਦਾ ਇਕਲੌਤਾ ਮੁੰਡਾ ਸੀ ਜਿਸ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ। ਇਸ ਸਭ ਤੋਂ ਬਾਅਦ ਧਰਮਪ੍ਰੀਤ ਦੇ ਫਿਊਨਰਲ ਦੇ ਵਾਸਤੇ GoFundMe ਚਲਾਇਆ ਜਾ ਰਿਹਾ ਹੈ। ਇਸ ਫੰਡ ਨੂੰ ਗਗਨਦੀਪ ਸਿੰਘ ਵੱਲੋਂ ਚਲਾਇਆ ਗਿਆ ਜਿਸ ਦੇ ਵਾਸਤੇ $50,000 ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਖਬਰ ਲਿਖੇ ਜਾਣ ਤੱਕ $11,910 ਇਕੱਠੇ ਹੋ ਚੁੱਕੇ ਨੇ। ਧਰਮਪ੍ਰੀਤ ਦੇ ਬਾਰੇ ਉਸਦੇ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਇੱਕ ਚੰਗਾ, ਮਿਹਨਤੀ ਅਤੇ ਬਬਲੀ ਨੇਚਰ ਦਾ ਮੁੰਡਾ ਸੀ। ਬਹੁਤ ਘੱਟ ਵਾਰ ਅਜਿਹਾ ਹੋਇਆ ਜਦੋਂ ਉਸ ਨੂੰ ਕਦੇ ਸੈਡ ਇਮੋਸ਼ਨਸ ਦੇ ਵਿੱਚ ਦੇਖਿਆ ਗਿਆ ਹੋਵੇ। ਉਹ ਹਮੇਸ਼ਾ ਸੋਸ਼ਲ ਮੀਡੀਆ ਦੇ ਉੱਪਰ ਵੀ ਐਕਟਿਵ ਰਹਿੰਦਾ ਸੀ ਅਤੇ ਪੋਜ਼ਿਟਿਵ ਫਨੀ ਵੀਡੀਓ ਉਸ ਵੱਲੋਂ ਪੋਸਟ ਕੀਤੀਆਂ ਜਾਂਦੀਆਂ ਸਨ। ਹੁਣ ਇਸ GoFundMe ਦੇ ਨਾਲ ਜਿਹੜੇ ਪੈਸੇ ਇਕੱਠੇ ਹੋਣਗੇ ਉਸ ਦੇ ਨਾਲ ਧਰਮਪ੍ਰੀਤ ਦੀ ਬਾਡੀ ਨੂੰ ਇੰਡੀਆ ਉਸਦੇ ਮਾਂ-ਬਾਪ ਦੇ ਕੋਲ ਭੇਜਿਆ ਜਾਵੇਗਾ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਅੱਜ ਚੋਣ ਪ੍ਰਚਾਰ ਦੌਰਾਨ ਮਿਨੀਮਮ ਵੇਜ ਵਰਕਰਾਂ ਨੂੰ ਸਪੋਰਟ ਪਹੁੰਚਾਉਣ ਅਤੇ ਪੇਡ ਲੀਵ ਦੀ ਗੱਲ ਕਹੀ ਗਈ ਹੈ। ਜਗਮੀਤ ਸਿੰਘ ਨੇ ਲਿਬਰਲ ਪਾਰਟੀ ਦੇ ਉੱਪਰ ਨਿਸ਼ਾਨਾ ਸਾਧਿਆ। ਉਹਨਾਂ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਵੱਲੋਂ ਵਾਅਦਾ ਤਾਂ ਕੀਤਾ ਗਿਆ ਪਰ ਜਦੋਂ ਉਹਨਾਂ ਦੀ ਸਰਕਾਰ ਕੈਨੇਡਾ ਦੇ ਵਿੱਚ ਬਣੀ ਤਾਂ ਉਹਨਾਂ ਵੱਲੋਂ ਵਾਅਦੇ ਪੂਰੇ ਨਹੀਂ ਕੀਤੇ ਗਏ। ਅੱਜ ਲੇਬਰ ਡੇ ਕੈਂਪੇਨ ਸਟਾਪ ਦੌਰਾਨ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਚਾਈਲਡ ਕੇਅਰ, ਪੇਡ ਸਿਕ ਲੀਵ ਅਤੇ ਮਿਨੀਮਮ ਵੇਜ ਦੇ ਉੱਪਰ ਆਪਣੇ ਵਿਚਾਰ ਦੱਸੇ ਗਏ ਨੇ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਦੇ ਵਿੱਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਵੱਲੋਂ ਵਰਕਰਸ ਨੂੰ ਹੋਰ ਵੀ ਜ਼ਿਆਦਾ ਸਪੋਰਟ ਮੁਹੱਈਆ ਕਰਵਾਈ ਜਾਵੇਗੀ। ਜਗਮੀਤ ਸਿੰਘ ਵੱਲੋਂ $10 ਯੂਨੀਵਰਸਲ ਚਾਈਲਡ ਕੇਅਰ ਦੀ ਕਮਿਟਮੈਂਟ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ $20 ਮਿਨੀਮਮ ਵੇਜ ਅਤੇ 10 ਦਿਨਾਂ ਦੇ ਪੇਡ ਸਿਕ ਲੀਵ ਪ੍ਰੋਗਰਾਮ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਲਿਬਰਲ ਪਾਰਟੀ ਦੇ ਉੱਪਰ ਨਿਸ਼ਾਨਾ ਸਾਧਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਪਾਰਟੀ ਵੱਲੋਂ ਚਾਈਲਡ ਕੇਅਰ ਪ੍ਰੋਗਰਾਮ ਸੰਬੰਧੀ ਵਾਅਦਾ ਤਾਂ ਕੀਤਾ ਗਿਆ
ਪਰ ਪਾਰਟੀ ਵੱਲੋਂ ਇਹਨਾਂ ਮੈਸ਼ਰਸ ਨੂੰ ਪਾਸ ਨਹੀਂ ਕੀਤਾ ਗਿਆ। I think it's such an important and fitting day to talk about our plan for workers. We've released our plan and we've got lots of different elements, but I want to highlight two parts of that plan. Siobhan touched on one of them, and it's paid sick leave. In this pandemic, what's been exposed are a lot of the gaps in our system. Problems that have always been there, but were exposed and highlighted by this pandemic. And one of the biggest gaps was when times were tough and people got sick, they could not stay at home because they simply couldn't afford to. For a family that's just making ends meet, they can't afford to miss a day of work. If a worker has to choose between going into work sick or staying at home and not having any pay, it is an impossible choice to make. It is simply impossible. And so we said at the beginning of this pandemic, we needed to make sure workers had a paid sick leave. And so we fought hard to bring that in. And after months and months of fighting, we brought in a paid sick leave that wasn't working. And so for 22 times in this pandemic, over this past 18 months, 22 times in Parliament, I stood up and said, we need better access to paid sick leave. We need paid sick leave and it needs to work. 22 times Justin Trudeau said no. 22 times he rejected this most important step to keeping people safe. One of the most important steps that public health experts agreed would have saved lives and can still save lives. And despite demanding this so many times, Mr. Trudeau said no, only to say in this campaign that he's promising to get it done. That is the height of cynical politics. To deny something 22 times when it was needed most, and then to promise it in the middle of a campaign. That is cynical politics, and that shows entirely that Mr. Trudeau is all for show. Would love to campaign on things because the Liberal strategy has always been, why deliver it when you can just campaign on it? And we've seen that happen, and that hurts you. That hurts people. It hurt people that Mr. Trudeau did not bring in paid sick leave and did not improve access all those times we demanded it. ਸਸਕੈਚੁਆਨ ਤੋਂ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਇਸ ਕਾਰਨ 2 ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਸਸਕੈਚੁਆਨ ਤੋਂ ਸਾਹਮਣੇ ਆਇਆ ਜਿੱਥੇ ਗੋਲੀਬਾਰੀ ਹੋਈ ਹੈ ਅਤੇ ਇਸ ਕਾਰਨ 2 ਜਣਿਆਂ ਦੀ ਮੌਤ ਹੋ ਗਈ, ਇੱਕ ਜ਼ਖਮੀ ਦੱਸਿਆ ਜਾ ਰਿਹਾ ਹੈ। ਆਰਸੀਐਮਪੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਮੁਤਾਬਕ ਉਹਨਾਂ ਵੱਲੋਂ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਹੈ ਕਿ ਇਹ ਗੋਲੀਬਾਰੀ ਦੀ ਘਟਨਾ 7:20 ਦੇ ਕਰੀਬ ਵਾਪਰੀ, ਜਿੱਥੇ ਜੇਮਸ ਸਮਿਥ ਫਰਸਟ ਨੇਸ਼ਨ ਦੇ ਵਿੱਚ ਪਹਿਲਾਂ ਬਹਿਸ ਹੋਈ ਤੇ ਇਸ ਤੋਂ ਬਾਅਦ ਜੋ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇਸ ਦੇ ਕਾਰਨ 2 ਜਣਿਆਂ ਦੀ ਮੌਤ ਹੋ ਗਈ। ਜਿਸ ਥਾਂ ਦੇ ਉੱਪਰ ਇਹ ਘਟਨਾ ਵਾਪਰੀ ਹੈ ਉਹ ਸਸਕੈਟੂਨ ਦੇ ਨਾਰਥ ਈਸਟ ਤੋਂ 180 ਕਿਲੋਮੀਟਰ ਦੂਰੀ ਤੇ ਹੈ। ਇੱਕ ਰਿਲੀਜ਼ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਘਟਨਾ ਦੇ ਵਿੱਚ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਮਾਊਂਟੀਜ਼ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 33 ਸਾਲਾ ਸ਼ੌਨ ਨਾਮ ਦੇ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ। ਇਸ ਬਾਰੇ ਉਹਨਾਂ ਵੱਲੋਂ ਉਸ ਦੀ ਡਿਸਕ੍ਰਿਪਸ਼ਨ ਵੀ ਦੱਸੀ ਗਈ ਹੈ। ਪੁਲਿਸ ਦੇ ਦੱਸਣ ਦੇ ਮੁਤਾਬਕ ਸਸਪੈਕਟ ਦੀ ਹਾਈਟ 6 ਫੁੱਟ ਹੈ, ਉਸ ਦਾ ਭਾਰ 190 ਪਾਉਂਡ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਦੇ ਭੂਰੇ ਰੰਗ ਦੇ ਵਾਲ ਨੇ ਅਤੇ ਉਸ ਦੇ ਖੱਬੇ ਹੱਥ ਦੇ ਉੱਪਰ ਇੱਕ ਨਿਸ਼ਾਨ ਬਣਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 911 ਦੇ ਉੱਪਰ ਕਾਲ ਕਰਕੇ ਉਹਨਾਂ ਦੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਸਸਪੈਕਟ ਅਤੇ ਵਿਕਟਮਸ ਇੱਕ ਦੂਸਰੇ ਨੂੰ ਜਾਣਦੇ ਸਨ। ਓਨਟਾਰੀਓ ਵੱਲੋਂ ਸਕੂਲਾਂ ਦੇ ਵਾਸਤੇ ਇੱਕ ਵੱਡਾ ਫੈਸਲਾ ਕੀਤਾ ਗਿਆ। ਓਨਟਾਰੀਓ ਦਾ ਕਹਿਣਾ ਹੈ ਕਿ ਜਿਹੜੇ ਸਕੂਲ ਸਟਾਫ ਨੇ ਕੋਵਿਡ-19 ਵੈਕਸੀਨ ਦੇ 2 ਸ਼ਾਟ ਹਾਸਲ ਨਹੀਂ ਕੀਤੇ ਹੋਣਗੇ ਉਹਨਾਂ ਨੂੰ ਹਫ਼ਤੇ ਦੇ ਵਿੱਚ 2 ਵਾਰ ਟੈਸਟਿੰਗ ਕਰਾਉਣੀ ਹੋਵੇਗੀ। ਓਨਟਾਰੀਓ ਵੱਲੋਂ ਸਕੂਲਾਂ ਦੇ ਬਾਰੇ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਓਨਟਾਰੀਓ ਦਾ ਕਹਿਣਾ ਹੈ ਕਿ ਅਨਵੈਕਸੀਨੇਟਡ ਸਕੂਲ ਸਟਾਫ ਨੂੰ ਹਫ਼ਤੇ ਦੇ ਵਿੱਚ 2 ਵਾਰ ਆਪਣਾ ਟੈਸਟ ਕਰਵਾਉਣਾ ਹੋਵੇਗਾ। ਜੀ ਹਾਂ, ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਇਸ ਬਾਰੇ ਸਪਸ਼ਟ ਕੀਤਾ ਗਿਆ ਹੈ ਕਿ ਜਿਹੜਾ ਅਨਵੈਕਸੀਨੇਟਡ ਸਕੂਲ ਸਟਾਫ ਹੈ ਉਹਨਾਂ ਨੂੰ ਹਫ਼ਤੇ ਦੇ ਵਿੱਚ 2 ਵਾਰ ਕੋਵਿਡ-19 ਨੈਗੇਟਿਵ ਟੈਸਟ ਜਮ੍ਹਾਂ ਕਰਵਾਉਣਾ ਹੋਵੇਗਾ। ਡਿਪਟੀ ਐਜੂਕੇਸ਼ਨ ਮਿਨਿਸਟਰ ਵੱਲੋਂ ਡਾਇਰੈਕਟਰਸ ਆਫ ਐਜੂਕੇਸ਼ਨ ਨੂੰ ਮੈਮੋ ਭੇਜਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਸਾਰੀ ਜਾਣਕਾਰੀ ਸਪਸ਼ਟ ਕੀਤੀ ਹੈ। ਇਸ ਮੈਮੋ ਦੇ ਵਿੱਚ ਇਹ ਇਨਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਨੇ ਕਿ ਸਕੂਲਾਂ ਦੇ ਵਿੱਚ ਜਿਹੜੇ ਸਟਾਫ ਵੱਲੋਂ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤਾ ਗਿਆ ਉਹਨਾਂ ਵਾਸਤੇ ਰੈਗੂਲਰ ਰੈਪਿਡ ਐਂਟੀਜਨ ਸਕਰੀਨਿੰਗ ਜਮ੍ਹਾਂ ਕਰਵਾਉਣੀ ਜ਼ਰੂਰੀ ਹੋਵੇਗੀ। ਇਸ ਮੈਮੋ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਟੈਸਟ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਸਪਲਾਈ 20 ਸਤੰਬਰ ਤੱਕ
ਰਿਸੀਵ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਦੇ ਕੈਨੇਡਾ ਦੇ ਵਿੱਚ ਹੁਣ ਫਿਰ ਤੋਂ ਮਾਮਲੇ ਵਧਣ ਲੱਗੇ ਹਨ, ਜਿਸ ਤੋਂ ਬਾਅਦ ਸਕੂਲਾਂ ਦੇ ਵਿੱਚ ਵੀ ਇਹ ਫੈਸਲਾ ਕੀਤਾ ਜਾ ਰਿਹਾ ਹੈ ਕਿ ਸਕੂਲ ਸਟਾਫ ਦੇ ਕੋਵਿਡ-19 ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ। ਜਿਸ ਸਟਾਫ ਵੱਲੋਂ ਵੈਕਸੀਨ ਹਾਸਲ ਨਹੀਂ ਕੀਤੀ ਹੋਵੇਗੀ, ਉਹਨਾਂ ਦੇ ਲਈ ਹੁਣ ਟੈਸਟ ਨੂੰ ਜ਼ਰੂਰੀ ਕੀਤਾ ਜਾ ਰਿਹਾ ਹੈ। ਅਜਿਹਾ ਹੀ ਕਦਮ ਓਨਟਾਰੀਓ ਦੇ ਸਕੂਲਾਂ ਦੇ ਵਾਸਤੇ ਵੀ ਚੁੱਕਿਆ ਜਾ ਰਿਹਾ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਕੈਨੇਡਾ ਦੇ ਵਿੱਚ ਕੀ ਬਣੇ ਹੋਏ ਨੇ ਕਰੋਨਾ ਵਾਇਰਸ ਦੇ ਹਾਲਾਤ, ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਕਿਊਬੈਕ ਤੋਂ 24 ਘੰਟਿਆਂ ਦੌਰਾਨ 530 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ ਇਹਨਾਂ 24 ਘੰਟਿਆਂ ਦੌਰਾਨ ਕੋਈ ਵੀ ਜਾਨ ਇਸ ਵਾਇਰਸ ਦੇ ਕਾਰਨ ਨਹੀਂ ਗਈ ਹੈ। ਹੁਣ ਤੱਕ ਇਸ ਪ੍ਰੋਵਿੰਸ ਦੇ ਵਿੱਚ 3,93,337 ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 11,293 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਜਾਣਕਾਰੀ ਦੇ ਮੁਤਾਬਕ ਹਸਪਤਾਲ ਦੇ ਵਿੱਚ 160 ਮਰੀਜ਼ ਹਨ, ਜਿਨ੍ਹਾਂ ਵਿੱਚੋਂ 64 ਇੰਟੈਂਸਿਵ ਕੇਅਰ ਅਧੀਨ ਦੱਸੇ ਜਾ ਰਹੇ ਨੇ। ਦੱਸ ਦਈਏ ਕਿ ਸੂਬੇ ਦੇ ਵਿੱਚ 87% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਜਾ ਚੁੱਕੀ ਹੈ ਅਤੇ ਇਸ ਦੇ ਨਾਲ ਹੀ 80% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਲਗਾਈਆਂ ਗਈਆਂ, ਜਾਣੀ ਕਿ 80% ਕਿਊਬੈਕ ਵਾਸੀ ਇਸ ਸਮੇਂ ਫੁੱਲੀ ਵੈਕਸੀਨੇਟਡ ਹਨ। ਦੱਸਣਯੋਗ ਹੈ ਕਿ ਓਨਟਾਰੀਓ ਅਤੇ ਮੈਨੀਟੋਬਾ ਦੇ ਵੱਲੋਂ ਅੱਜ ਆਪਣੀ ਕੋਵਿਡ-19 ਸੰਬੰਧੀ ਅਪਡੇਟ ਸਾਂਝੀ ਨਹੀਂ ਕੀਤੀ ਗਈ। ਉਹਨਾਂ ਵੱਲੋਂ ਕੋਵਿਡ-19 ਮਾਮਲਿਆਂ ਸੰਬੰਧੀ ਜਾਣਕਾਰੀ ਕੱਲ੍ਹ ਨੂੰ ਦਿੱਤੀ ਜਾਵੇਗੀ। ਕੈਨੇਡਾ ਤੋਂ ਹੁਣ ਤੱਕ ਕੁੱਲ 1.5 ਮਿਲੀਅਨ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। 27,021 ਜਾਨਾਂ ਇਸ ਵਾਇਰਸ ਦੇ ਕਾਰਨ ਹੁਣ ਤੱਕ ਕੈਨੇਡਾ ਦੇ ਵਿੱਚ ਚਲੀਆਂ ਗਈਆਂ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 1.4 ਮਿਲੀਅਨ ਤੋਂ ਵੱਧ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਵਧਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਮਾਹਰ ਸਮੇਂ-ਸਮੇਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਨਜ਼ਰ ਆ ਰਹੇ ਨੇ। ਹਾਲ ਹੀ ਦੇ ਵਿੱਚ ਡਾਕਟਰ ਟੀਮ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕੈਨੇਡਾ ਅੰਦਰ ਇਸੇ ਤਰ੍ਹਾਂ ਮਾਮਲੇ ਸਾਹਮਣੇ ਆਉਂਦੇ ਰਹੇ ਅਤੇ ਸੂਬਿਆਂ ਦੇ ਵੱਲੋਂ ਢਿੱਲ ਦਿੱਤੀ ਜਾਂਦੀ ਰਹੀ ਤਾਂ ਰੋਜ਼ਾਨਾ 15,000 ਦੇ ਕਰੀਬ ਮਾਮਲੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਵੱਲੋਂ ਡੈਲਟਾ ਵੇਰੀਐਂਟ ਅਤੇ ਕਰੋਨਾ ਦੀ ਚੌਥੀ ਲਹਿਰ ਸੰਬੰਧੀ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ। ਡਾਕਟਰ ਟੀਮ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਦੇ ਵਿੱਚ ਯੰਗ ਜਨਰੇਸ਼ਨ ਜਲਦ ਕੋਵਿਡ-19 ਵੈਕਸੀਨ ਨੂੰ ਹਾਸਲ ਕਰੇ ਤਾਂ ਫਿਰ ਚੌਥੀ ਲਹਿਰ ਦੇ ਪ੍ਰਭਾਵ ਨੂੰ ਟਾਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟੂਰਿਸਟ ਵੀਜ਼ਾ ਵਾਲਿਆਂ ਦੀ ਕੈਨੇਡਾ ਦੇ ਵਿੱਚ ਐਂਟਰੀ, 에ਅਰਪੋਰਟ ਨੇ ਸਾਂਝੀ ਕੀਤੀ ਖਾਸ ਜਾਣਕਾਰੀ। ਪੰਜਾਬੀ ਨੌਜਵਾਨ ਦਾ ਕੈਨੇਡਾ ਦੇ ਵਿੱਚ ਕਤਲ, ਮ੍ਰਿਤਕ ਦੇ ਭੇਜੀ ਜਾਵੇਗੀ ਪੰਜਾਬ। ਪੰਜਾਬੀ ਮੂਲ ਦੀ ਉਮੀਦਵਾਰ ਦੇ ਪੋਸਟਰਾਂ ਦੇ ਨਾਲ ਛੇੜਛਾੜ, ਗੁਰੀਤ ਗਰੇਵਾਲ ਨੇ ਖੁਦ ਦਿੱਤੀ ਇਸ ਦੀ ਜਾਣਕਾਰੀ। ਸਰੀ ਦੇ ਮੇਅਰ ਤੇ ਹਮਲਾ, ਮੇਅਰ ਨੇ ਦਿੱਤੀ ਜਾਣਕਾਰੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਐਲਾਨ, ਕਾਰੋਬਾਰਾਂ ਨੂੰ ਸੁਰੱਖਿਆ ਦੇਣ ਦਾ ਐਲਾਨ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।